ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਬਾਬੇ ਜੀ ਦੀ। ਚਲੋ, ਕਿਰਪਾ ਚਾਹੀਦੀ, ਚੜ੍ਹਦੀ ਕਲਾ ਚਾਹੀਦੀ ਹੈ, ਚੜ੍ਹਦੀ ਕਲਾ ਚਾਹੀਦੀ ਆ। ਹੋਰ ਸੁਣਾਓ, ਕੀ ਰਾਜਨੀਤੀ ਕੀ ਕਹਿੰਦੀ ਆ? ਰਾਜਨੀਤੀ ਤੇ ਵੇਖੋ ਇਸ ਵੇਲੇ ਪੂਰੀ ਮਾਮਲਾ, ਜਿਹੜਾ ਮੌਸਮ ਠੰਡਾ ਵਾ, ਰਾਜਨੀਤੀ ਪੂਰੀ ਗਰਮ ਆ। ਦੂਸ਼ਣਬਾਜ਼ੀਆਂ ਦਾ ਜ਼ੋਰ ਜਿਹੜਾ ਬੜੇ ਸੁੱਚੇ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ। ਔਰ ਚੰਨੀ ਸਾਹਿਬ ਕਹਿੰਦੇ ਬਖਸ਼ ਲੋ ਮੈਨੂੰ, ਬਖਸ਼ ਲੋ, ਮੈਂ ਮੁੱਖ ਮੰਤਰੀ ਨਹੀਂ ਬਣਨਾ। ਓਏ ਚੰਨੀ ਸਾਹਿਬ ਕਹਿੰਦੇ? ਜੀ 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 ਚੰਨੀ ਸਾਹਿਬ ਨੂੰ ਜਦ ਪੱਤਰਕਾਰ ਨੇ ਕੱਲ ਇਹ ਸਵਾਲ ਪੁੱਛਿਆ, ਚੰਨੀ ਸਾਹਿਬ ਜੀ ਅਗਲਾ ਮੁੱਖ ਮੰਤਰੀ ਕੌਣ ਹੋਊਗਾ, ਚੁੱਪ। ਮੁੜ ਕੇ ਕਹਿੰਦੇ ਵੀ ਤੁਸੀਂ ਦੂਜੀ ਵਾਰੀ ਮੁੱਖ ਮੰਤਰੀ ਬਣ ਸਕਦੇ ਹੋ। ਕਹਿੰਦਾ ਬਖਸ਼ ਲੋ ਯਾਰ ਮੈਨੂੰ, ਜੋ 3 ਮਹੀਨੇ ਮੇਰੀ ਹਾਲਤ ਕੱਢਿਆ ਸਮਝ ਦੱਸਣੀ ਨਹੀਂ ਪਈ, ਬਖਸ਼ ਲੋ ਮੈਨੂੰ, ਬਖਸ਼ ਲੋ ਤੁਸੀਂ। ਦੂਜੇ ਪਾਸੇ ਕੈਪਟਨ ਸਾਹਿਬ ਜਿਹੜੇ ਆ, ਉਹ ਸੋਚੂਗਾ ਖਾ ਕੇ ਤੇ ਬਿੱਲੀ ਹੱਜ ਨੂੰ ਚੱਲੀ। ਕਹਿੰਦੇ ਜੀ ਇਹ ਸੂਟ ਕੇਸ ਦੀ ਜਿਹੜੀ ਆ ਇਹ ਸਰਕਾਰ ਆ। ਕੈਪਟਨ ਸਾਹਿਬ 3400 ਕਰੋੜ ਰੁਪਈਆ, 3400 ਕਰੋੜ ਦਾ ਕੇਸ ਜਿਹੜਾ ਤੁਸੀਂ ਆਪ ਮੁੜ ਕੇ ਬਾਦਲਾਂ ਨੇ ਫਾਈਲ ਕੀਤਾ, ਤੁਹਾਡੇ ਕਹਿਣ ਤੇ ਵੀ ਕਰ ਦਿਓ ਜੀ, ਕਰ ਦਿਓ, ਬੜੀ ਸਾਨੂੰ ਕੋਈ ਗੱਲ ਨਹੀਂ। ਉਹਦੀ ਪਟੀਸ਼ਨ ਸਟਿਲ ਅਜੇ ਵੀ ਪੈਂਡਿੰਗ ਹੈਗੀ ਹੈ ਸੁਮੇਧ ਸਿੰਘ ਸੈਣੀ ਦੀ ਤੁਹਾਡੇ ਖਿਲਾਫ। ਪਤਾ ਨਹੀਂ ਕਿਹੜੇ ਬੜੇ ਉਹ 3400 ਕਰੋੜ ਨਹੀਂ, ਉਹ ਤਾਂ ਫਿਰ ਟਰੱਕ ਹੋਇਆ ਨਾ, ਇਹ ਤੇ ਸੂਟਕੇਸ ਹੋਇਆ, ਟਰੱਕਾਂ ਦੇ ਟਰੱਕ ਨਿਕਲਣੇ। ਬਸ ਮਸਲਾ ਤੇ ਇਹ ਹੈ ਕਿ ਅਸੀਂ ਕਾਂਗਰਸ ਕਿਉਂ ਛੱਡੀ, ਅਸੀਂ ਭਾਜਪਾ ਨਾਲ ਗੱਠਜੋੜ ਕਿਉਂ ਬਣਾਇਆ, ਇਹ ਸਭ ਜਨਤਾ ਜਾਣਦੀ ਆ ਯਾਰ। ਕੀ ਚਲੋ ਐਨੀਵੇ ਕਿਉਂ। ਚਾਵਲਾ ਸਾਹਿਬ ਇੱਕ ਗੱਲ ਮੇਰੀ ਨੋਟ ਕਰ ਲਓ ਜੀ। ਪੰਜਾਬ ਸਰਕਾਰ ਜੇ ਕਾਂਗਰਸ ਦੀ ਦੁਬਾਰਾ ਬਣ ਗਈ ਤੇ 2024 ਦੇ ਕੋਲੀਸ਼ਨ ਸਰਕਾਰ ਬਣਦੀ ਆ, ਤੇ ਕੈਪਟਨ ਸਾਹਿਬ ਕਾਂਗਰਸ ਵਿੱਚ ਬਰੰਗ ਲਫ਼ਜ਼ਾਂ ਨੂੰ ਆਉਣਗੇ, ਬਰੰਗ ਲਫ਼ਜ਼ ਹੈ। ਜਿੱਦਾਂ ਪਹਿਲਾਂ ਇਹਨਾਂ ਆਪਣੀ ਜਿਹੜੀ ਪਾਰਟੀ ਬਣਾਈ ਸੀਗੀ 1992 ਦੇ ਵਿੱਚ ਉਹ ਖਤਮ ਕੀਤੀ ਸੀ, ਉਦਾਂ ਇਹਨੂੰ ਖਤਮ ਕਰ। ਫਿਰ ਕਹਿਣਗੇ ਬੀਬੀ ਸੋਨੀਆ ਗਾਂਧੀ, ਕਿਆ ਉਹ ਤੇ ਮੇਰੇ ਵਾਸਤੇ ਰੱਬ ਦਾ ਰੂਪ ਆ ਜੀ, ਗੱਲ ਦੀ ਕੋਈ ਨਹੀਂ ਹੈ। ਫਿਰ ਉੱਥੇ ਜਾਣਗੇ ਬੀਬੀ ਜੀ ਤੇ ਤਰਲਾ ਮਾਰਨਗੇ, ਬੀਬੀ ਜੀ ਮੈਨੂੰ ਕਿਤੇ ਐਡਜਸਟ ਕਰ ਦੇ, ਕੋਈ ਗੁਰਨੇਸ਼ਵਰ ਲਾ ਦੇ। ਬੀਬੀ ਜੀ ਕਹੂਗੀ ਅਸੀਂ 5 ਗੁਰਨ ਸਿੱਖ ਲਾਉਣੇ, ਕਿ ਤੁਹਾਨੂੰ ਵੀ ਲਾ ਦੇਣਗੇ, ਕੋਈ ਗੱਲ। ਬਿਲਕੁਲ। ਦੂਜੀ ਗੱਲ ਇਹ ਵੀ ਹੈ ਕਿ ਵੇਖੋ ਜੀ, ਮੈਨੂੰ ਤਾਂ ਸਿੱਧੂ ਨੇ ਬਜਲੀਲ ਕੀਤਾ, ਉਹ ਕੀਤਾ। ਤੁਸੀਂ ਜਦੋਂ ਵਿਆਹ ਕਰਾ ਕੇ ਆਏ ਸੀ, ਤੁਹਾਡੀ ਮਾਤਾ ਜੀ ਨੇ, ਸਾਸੂ ਮਾਂ ਨੇ ਨਹੀਂ ਸੰਭਾਲਿਆ ਰਾਹ। ਵੇਖੋ ਪੁਰਾਣੀਆਂ ਗੱਲਾਂ ਬਾਤਾਂ, ਛੋਟੇ ਛੋਟੇ ਹੁੰਦੇ ਸੀਗੇ, ਹਾਂਜੀ, ਉਹ ਸਭ ਕੁਝ ਬਖੇੜੇ ਜਿਹੜੇ ਖੜੀ ਜਾਣਗੇ, ਕੁਰਬਾਨੀਆਂ ਜੀ। ਇਹ ਤਾਂ ਰਾਜਨੀਤੀ, ਵੈਸੇ ਵੀ ਇਹ ਰਾਜਨੀਤੀ ਮੇਨ ਹੀ ਆ। ਜਦੋਂ ਇਹ ਆਕਸਫੋਰਡ ਯੂਨੀਵਰਸਿਟੀ ਚ ਗਏ ਨੇ ਜੀ ਕੈਪਟਨ ਸਾਹਿਬ ਤੇ ਸੋਨੀਆ ਗਾਂਧੀ 3 ਭੈਣਾਂ ਨੇ, ਭਰਾ ਕੋਈ ਨਹੀਂ। ਆਕਸਫੋਰਡ ਯੂਨੀਵਰਸਿਟੀ ਚ ਗਿਆ ਤੇ ਇੱਕ ਰੈਸਟੋਰੈਂਟ ਸੀ, ਉੱਥੇ ਪੰਜਾਬੀ ਖਾਣਾ ਮਿਲਦਾ ਸੀ ਤੇ ਇਟਾਲੀਅਨ ਖਾਣਾ ਮਿਲਦਾ ਸੀ। ਤੇ ਇਹ ਫਿਰ ਜਿਹੜੇ ਰਾਜੀਵ ਗਾਂਧੀ ਉਹਦੀ ਸਪੈਸ਼ਲ ਆਪਣੇ ਦੋਸਤਾਂ ਨੂੰ ਉੱਥੇ ਜਾਂਦੇ ਹੁੰਦੇ ਸੀ। ਪਹਿਲੀ ਮੁਲਾਕਾਤ ਆਸਟ੍ਰੇਲੀਆ ਦੋਸਤ ਸੀਗਾ ਜਿਹੜਾ ਇਟਾਲੀਅਨ ਬੜੀ ਚੰਗੀ ਤਰ੍ਹਾਂ ਜਾਣਦਾ ਸੀ, ਉਹਨੇ ਸੋਨੀਆ ਗਾਂਧੀ ਨੇ ਕਰਾਈ ਸੀ। ਇੱਕ ਵੱਖਰੇ ਟੇਬਲ ਤੇ ਬੈਠੀ ਸੀ ਤੇ ਸੋਨੀ ਜਿਹੜੇ ਗਾਂਧੀ ਜੀ, ਰਾਜੀਵ ਗਾਂਧੀ ਨਿਗਾਹ ਪਈ ਵੀ ਲੜਕੀ ਕੌਣ, ਪਤਾ ਕਰੀਏ। ਉਹ ਜਾ ਕੇ ਗੱਲ ਕੀਤੀ ਤੇ ਇਹਨੂੰ ਇੰਗਲਿਸ਼ ਨਹੀਂ ਚਾਹੁੰਦੀ ਬੀਬੀ ਨੂੰ। ਬੀਬੀ ਇੰਗਲਿਸ਼ ਦੀ ਪੜ੍ਹਾਈ ਕਰਨ ਵਾਸਤੇ ਗਈ ਸੀ ਆਕਸਫੋਰਡ ਦੇ ਵਿੱਚ। ਜਦੋਂ ਫਿਰ ਉਹ ਪਹਿਲੀ ਨਿਗਾਹ ਮਿਲਦੀ ਫਿਰ ਨਿਗਾਹ ਮਿਲਦੀ, ਜਦੋਂ ਸੋਨੀਆ ਗਾਂਧੀ ਨੇ ਕਿਹਾ ਆਪਣੇ ਬਾਪੂ ਨੂੰ ਕਿ ਮੈਂ ਇੰਡੀਆ ਦੀ ਜਿਹੜੀ ਪ੍ਰਧਾਨ ਮੰਤਰੀ ਉਹਦੀ ਬੇਟਾ ਸ਼ਾਦੀ ਕਰਨਾ ਚਾਹੁੰਦੀ ਹੈ, ਤੇ ਪਹਿਲਾਂ ਬਾਪੂ ਨੇ ਕਾਫੀ ਨਾਰਾਜ਼ਗੀ ਸ਼ੋ ਕੀਤੀ। ਫਿਰ ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਬਾਪੂ ਨੂੰ ਜਦੋਂ ਪਤਾ ਲੱਗਾ ਵੀ ਪ੍ਰਧਾਨ ਮੰਤਰੀ ਦੀ ਇੰਡੀਆ ਦੀ ਪਾਵਰ ਕਿੰਨੀ ਹੁੰਦੀ ਹੈ, ਤੇ ਫਿਰ ਸਭ ਤੋਂ ਵੱਧ ਪਿਆਰ ਉਹ ਰਾਜੀਵ ਗਾਂਧੀ ਨੂੰ ਕਰਦੇ ਸੀ। ਇਸ ਕਰਕੇ ਉਦੋਂ ਕਾ ਕੇ ਰਹੇ ਸੀਗੇ ਇਹਨਾਂ ਦੇ ਇੱਕ ਫਾਰਮ ਹਾਊਸ ਦੇ ਉੱਤੇ, ਕਾਫੀ ਦੇਰ ਰਹੇ ਸੀਗੇ। ਇਹ ਵੀ ਉੱਥੇ ਉਹ ਆਸ਼ਕਾ ਦਾ ਅੱਡਾ ਸੀ ਜੀ, ਉਹ ਆਸ਼ਕਾ ਦਾ ਅੱਡਾ ਸੀਗਾ। ਅੱਛਾ ਪੱਟੀ ਸਾਹਿਬ, ਹੁਣ ਜਿਹੜੀ ਸਾਡੀ ਐਡਿਟ ਕਰਨ ਵਾਲੀ ਟੀਮ ਹੋਵੇ ਨਾ, ਤੇ ਆ ਲਾਈ ਹੋਵੇ ਫੋਟੋ ਤੇ ਆਸ਼ਕਾਂ ਦਾ ਅੱਡਾ, ਕਿੰਨੀ ਵਾਇਰਲ ਹੋਣੀ ਉਹ?
ਜੀ 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 ਇਹੋ ਗੱਲ ਨੂੰ ਜਿਹੜਾ ਤੁਸੀਂ ਆਧਾਰ ਬਣਾ ਕੇ ਕਿ ਉਹ ਫਾਰਮ ਹਾਊਸ ਆ ਆਸ਼ਕਾਂ ਦਾ ਅੱਡਾ ਸੀ, ਮਤਲਬ ਜੇ ਇਹਦੀ ਤੇ ਫੋਟੋ ਲਾ ਕੇ ਜਿਹੜਾ ਸਾਨੂੰ ਮੈਨੂੰ ਇੱਕ ਵੀਰ ਨੇ ਬੜਾ ਕਹਿੰਦਾ ਗੱਲਾਂ ਬਹੁਤ ਜ਼ਬਰਦਸਤ ਹੁੰਦੀਆਂ, ਸਾਰੇ ਪ੍ਰੋਗਰਾਮ ਦੇਖਦੇ ਆ, ਪਰ ਉਹ ਟਾਈਟਲ ਨਹੀਂ ਤੁਸੀਂ ਬਣਾਉਂਦੇ ਜਿਹੜੇ ਬਣਨੇ ਚਾਹੀਦੇ ਨੇ। ਆਸ਼ਕਾਂ ਦਾ ਅੱਡਾ ਹੁਣ ਇਹਦੇ ਲਾਈ ਹੋਵੇ ਕਿ ਸੋਨੀਆ ਗਾਂਧੀ ਦੀ ਜਵਾਨੀ ਵਾਲੀ ਫੋਟੋ, ਹਾਂਜੀ ਇੰਦਰਾ ਗਾਂਧੀ ਦੀ ਨਾਲ ਹੋਵੇ, ਨਾਲ ਉਹ ਪਿੱਛੇ ਥੋੜਾ ਜਿਹਾ ਫਾਰਮ ਹਾਊਸ ਜਿਹਾ ਹੋਵੇ ਤੇ ਕੈਪਟਨ ਸਾਹਿਬ ਦੀ ਜਵਾਨੀ ਵੇਲੇ ਦੀ ਫੋਟੋ ਹੋਵੇ, ਮਾੜੀ ਜੀ ਵਿੱਚ ਚੀਕੂ ਅੱਖਾਂ ਵਾਇਰਲ ਹੁੰਦਾ ਕਿ ਨਹੀਂ ਹੁੰਦਾ? ਸਾਰੀਆਂ ਫੋਟੋ ਅਵੇਲੇਬਲ ਲੱਗੀਆਂ ਜੀ, ਨੈਟ ਤੇ ਜਾਓਗੇ ਸਾਰੀਆਂ ਫੋਟੋ ਅਵੇਲੇਬਲ ਲੱਗੀਆਂ। ਅੱਛਾ, ਉਹ ਆਸ਼ਕਾਂ ਦਾ ਏਡਾ ਇਸ ਕਰਕੇ ਮੈਂ ਕਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਬਕਾਇਦਾ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਫਾਦਰ ਦੀ ਵੀ ਸ਼ਾਦੀ ਹੋਈ ਸੀ। ਹਾਂ ਅੱਛਾ 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 ਅੱਛਾ, ਤੇ ਉਹਨਾਂ ਦੀ ਵੀ ਲਵ ਮੈਰਿਜ ਸੀਗੀ। ਓਏ ਹੋਏ 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 ਬਾਪੂ, ਤੈਨੂੰ ਐਵੇਂ ਨਹੀਂ ਕਹਿੰਦੇ ਕਿਤਾਬ ਲਿਖਦੇ ਯਾਰ ਇੱਕ ਪਲੀਜ਼। ਹਾਂ ਅੱਛਾ, ਉਹਨਾਂ ਦੀ ਲਵ ਮੈਰਿਜ ਸੀਗੀ, ਇਹ ਵੀ ਉਸੇ ਅੱਡੇ ਤੇ ਰਹਿੰਦੇ ਸੀਗੇ। ਅੱਛਾ ਭਾਈ ਉਹਨਾਂ ਦੋਸਤੋ, ਨੂੰ ਵੀ ਮਾਂ ਪਿਓ ਦੇ ਝੱਲਿਆ ਨਹੀਂ ਸੀਗਾ, ਭਾਈ ਤੁਸੀਂ ਆਪਣੀ ਮਰਜ਼ੀ ਕੀਤੀ, ਹਾਲੀ ਕਿ ਸਿਰਫ ਇਹ ਸੀ ਕਿ ਉਹ ਜੱਟ ਸੀ ਤੇ ਜਿਹੜੇ ਇਹਦੇ ਨਾਨਕੇ ਨੇ ਉਹ ਰੋੜੇ ਸਿੱਖ ਨੇ। ਇੰਨੀ ਗੱਲ ਨਹੀਂ, ਕੋਰ ਰੋੜੇ ਸਿੱਖ ਨੇ ਉਹ। ਅੱਛਾ ਅੱਛਾ, ਉਹ ਵੀ ਉੱਥੇ ਰਹੇ ਨੇ। ਤੇ ਜਦੋਂ ਕੈਪਟਨ ਨੇ ਕਿਹਾ ਨਿੱਪੀ ਵੀ ਸੱਜਣ ਕਿਹਾ ਸੀ ਨਾ ਕੋਈ ਵਿਧਾਨ ਸਭਾ ਦੇ ਵਿੱਚ, ਕੈਪਟਨ ਬੋਲਣ ਲੱਗਾ ਤੇ ਮਜੀਠੀਆ ਜੋ ਤਾਂ ਮੀਟਿੰਗ ਤੇ ਚੁੱਪ ਕਰਕੇ ਬਹਿ ਗਿਆ ਕਹਿੰਦਾ ਤੇਰੇ ਪੋਤੜੇ ਬਦਲਦਾ ਰਿਹਾ ਮੈਂ, ਮੈਨੂੰ ਯਾਦ ਹੈ ਚੱਕਾ ਨੂੰ ਗੱਲਾਂ ਕਰਦਾ ਉੱਠ ਕੇ। ਭਾਈ ਦੋਸਤੋ, ਟਾਈਟਲ ਆਸ਼ਕਾ ਦਾ ਅੱਡਾ ਕਿਵੇਂ ਲੱਗਾ ਦੱਸਿਓ ਜਰਾ ਕਿ ਟੈਕਸ ਕਰਕੇ। ਭਾਜਪਾ ਦੀ ਪਹਿਲੀ ਸੂਚੀ 34 ਉਮੀਦਵਾਰਾਂ ਦੀ ਯਾਰੀ, 13 ਸਿੱਖ 8 ਦਲਿਤ ਭਾਈਚਾਰੇ ਦੇ ਵਿੱਚ। ਹੁਣ ਇਹ ਨਹੀਂ ਗੱਲ ਭਜਦੀ ਵੀ 8 ਹੋਰ ਦਲਿਤ ਭਾਈ, ਕੀ ਕਹਿਣਾ ਚਾਹੋਗੇ? ਵੇਖੋ ਜਿੱਥੋਂ ਤੱਕ 8 ਦਲਿਤਾਂ ਦੀ ਗੱਲ, ਉਹ 8 ਦੇਣੇ ਹੀ ਪੈਣੇ। ਇਹਦਾ ਕਾਰਨ ਕੀ ਆ? 34 ਸੀਟਾਂ ਰਿਜ਼ਰਵ ਨੇ ਦਲਿਤਾਂ ਦੀਆਂ, ਉੱਥੇ ਬੰਦਾ ਖੜਾ ਕਰਨਾ, ਫਿਰ ਉੱਥੇ ਦਲਿਤ ਹੀ ਹੋਣੇ, ਉੱਥੇ ਐਸਸੀ ਹੋਣੇ। ਇਹਦੇ ਵਿੱਚ ਪਹਿਲੀ ਸੂਚੀ ਤੇ 13 ਸਿੱਖ ਤੇ 8 ਜਿਹੜੇ ਦਲਿਤ ਨੇ ਉਹ ਬਣਾਏ ਗਏ। ਤੇ ਅਸ਼ਵਨੀ ਜਿਹੜਾ ਸ਼ਰਮਾ ਵਾ, ਵੇਖੋ ਸੂਚੀ ਜਾਰੀ ਕੀਤੀ ਆ, ਭਾਜਪਾ ਪ੍ਰਧਾਨ ਦਾ ਨਾਂ ਹੀ ਭੁੱਲ ਗਿਆ। ਬਾਕੀ ਦੇਰ ਰਾਤ ਫਿਰ ਅਸ਼ਵਨੀ ਕੁਮਾਰ ਦਾ ਨਾਮ ਨਾ ਪਾਇਆ ਕਿ ਇਹ ਪਠਾਨਕੋਟ ਤੋਂ ਚੋਣ ਲੜਨਗੇ, ਨਾਂ ਹੀ ਭੁੱਲ ਗਈ ਸੀ। ਤੇ ਜਿਹੜੀ ਇਹ ਸੂਚੀ ਇਹਦੇ ਵਿੱਚ 12 ਜਿਹੜੇ ਉਹ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ, 8 ਜਿਹੜੇ ਉਹ ਆਪਾਂ ਗੱਲ ਕਰੀਏ ਐਸੀ ਪਰਿਵਾਰ ਨਾਲ, 4 ਜਿਹੜੇ ਸਾਬਕਾ ਮੰਤਰੀ ਨੇ, 2 ਸਾਬਕਾ ਵਿਧਾਇਕ ਨੇ, ਇੱਕ ਡਿਪਟੀ ਸਪੀਕਰ, ਇੱਕ ਐਡਵੋਕੇਟ, ਇੱਕ ਪੂਰਵ IAS, 2 ਟਕਸਾਲੀ ਫੈਮਿਲੀ ਤੋਂ ਨੇ, ਜਿਹਦੇ ਵਿੱਚ ਟੋੜਾ ਦਾ ਇੱਕ ਦੋਤਰਾ ਵੀ ਉਹਨਾਂ ਵਿੱਚ। ਇਸ ਕਰਕੇ ਉਹਨਾਂ ਨੇ ਬੜੇ ਤਰੀਕੇ ਤੇ ਸਲੀਕੇ ਨਾਲ ਜਿਹੜੀ ਇਹ ਸੂਚੀ ਜਾਰੀ ਕੀਤੀ ਹੈ। ਉਹਨਾਂ ਨੂੰ ਸਿੱਖ ਜਿਹੜੇ ਪੰਜਾਬ ਚਾਹੀਦੇ, ਉਹ ਚਾਹੁੰਦੇ ਕਿ ਸਿੱਖ ਸਾਡੇ ਕੋਲ ਵੱਧ ਤੋਂ ਵੱਧ ਹੋਣ, ਉਹ ਟਿਕਟਾਂ ਦੇਣ ਛੱਡ ਕੇ ਤੇ ਹੋਰ ਵੀ ਵੱਧ ਦੇਣ ਵਾਸਤੇ ਤਿਆਰ। ਬਕਾਇਦਾ ਤੌਰ ਤੇ 2-3 ਅਹੁਦੇ ਕ੍ਰੀਏਟ ਕੀਤੇ ਉਹਨਾਂ ਨੇ। ਪਹਿਲੀ ਗੱਲ ਤੇ ਪੰਜਾਬ ਦੇ ਐਸਸੀ ਵਰਗ ਨੂੰ ਪ੍ਰਭਾਵਿਤ ਕਰਨ ਲਈ ਬਕਾਇਦਾ ਤੌਰ ਤੇ ਵਿਜੇ ਸਾਪਲਾ ਨੂੰ ਜਿਹੜਾ ਸੀ ST ਕਮਿਸ਼ਨ ਦਾ ਨੈਸ਼ਨਲ ਪੱਧਰ ਦਾ ਚੇਅਰਮੈਨ ਲਾਇਆ। ਜਦੋਂ ਵੇਖਿਆ ਵੀ ਹੁਣ ਇਹਦੇ ਨਾਲ ਅਸੀਂ ਬਹੁਤੇ ਕਾਮਯਾਬ ਨਹੀਂ ਹੋਏ ਤੇ ਮੁੜ ਕੇ ਉਹਨਾਂ ਇਕਬਾਲ ਸਿੰਘ ਲਾਲਪੁਰਾ ਸਾਬਕਾ IPS ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾ ਜੀ। ਤੇ ਬਕਾਇਦਾ ਤੌਰ ਤੇ ਪੁਰੀ ਸਾਹਿਬ ਜਿਹੜੇ ਹੈਗੇ ਆ, ਉਹਨਾਂ ਨੂੰ ਹਰਦੀਪ ਸਿੰਘ ਪੁਰੀ ਨੂੰ ਲੱਭ ਹੀ ਲਈ ਪਹਿਲਾਂ ਵੀ ਸਾਡਾ ਬੰਦਾ ਹੈਗਾ। ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਰ ਵੀ ਕਈ ਸਿੱਖਾਂ ਨੂੰ ਵੱਡੀਆਂ ਪੋਸਟਾਂ ਤੇ ਐਡਜਸਟ ਕੀਤਾ ਜਾਊਗਾ ਤੇ ਵੋਟਾਂ ਲੜੀਆਂ ਪੰਜਾਬ ਤੋਂ। ਤੇ ਪੰਜਾਬ ਦੇ ਵਿੱਚੋਂ ਘੱਟੋ ਘੱਟ ਅੱਧੀ ਦਰਜਨ ਸੀਟਾਂ ਆਪ ਲੜੇਗੀ ਲੋਕ ਸਭਾ ਦੀਆਂ, ਜਿਹੜੀ ਭਾਜਪਾ ਅੱਧੀ ਆਪ ਲੜੇਗੀ। ਬਾਕੀ ਚਲੋ ਅਲਾਇੰਸ ਬਣਦੀ ਵੱਖਰੀ ਗੱਲ, ਅੱਧੀ ਜੋ ਆਪ ਲੜੇਗੀ ਜੀ। ਤੇ ਲੜ ਕੇ ਤੇ ਕੁਝ ਕਰਕੇ ਵੀ ਵਿਖਾਏਗੀ। ਜਿੱਤੇ ਵੀ 1-2 ਸੀਟਾਂ ਨਹੀਂ, ਗੱਲ ਨਹੀਂ ਜਿੱਤੇਗੀ। ਇਸ ਕਰਕੇ ਗੁਰਦਾਸਪੁਰ ਵਾਲੀ ਪੱਕੀ ਆ ਉਹਨਾਂ ਦੀ, ਪਠਾਨਕੋਟ, ਗੁਰਦਾਸਪੁਰ, ਪਠਾਨਕੋਟ, ਮਤਲਬ ਇੱਧਰ ਤੁਸੀਂ ਲਾ ਲਓ, ਅੰਮ੍ਰਿਤਸਰ ਦਿਹਾਤੀ ਲਾ ਲਓ ਤੁਹਾਡੀ। ਹਾਂਜੀ, ਤੇ ਇਹਨਾਂ ਦੀ ਸੀਟ ਪੱਕੀ ਹੋਣੀ ਜੀ ਬਕਾਇਦਾ ਤੌਰ ਤੇ ਹੁਸ਼ਿਆਰਪੁਰ ਤੇ ਹੁਸ਼ਿਆਰਪੁਰ ਚ ਕਾਫੀ ਜ਼ੋਰ ਇਹਨਾਂ ਦਾ ਹੈਗਾ। ਜਿਹੜੀ ਆਪਾਂ ਗੱਲ ਕਰਦੇ ਗੁਰਦਾਸਪੁਰ ਦੀ, ਉਹ ਸਿੱਖ ਇਲਾਕੀ ਕਾਫੀ, ਹਾਂ ਕੋਈ ਸਿੱਖ ਉਮੀਦਵਾਰ ਦਿੱਤਾ, ਸੈਲੀਬ੍ਰਿਟੀ ਤੇ ਸਮਝ ਜੋ ਦਿੱਤਾ ਸੀਗਾ, ਕੋਈ ਜਿਵੇਂ ਹਰਭਜਨ ਕ੍ਰਿਕਟਰ ਏਦਾਂ ਦਾ ਬੰਦਾ ਕੋਈ ਦਿੱਤਾ ਤੇ ਫਿਰ ਉਸ ਚੀਜ਼ ਉਹੀ ਤੇ ਮੈਂ ਕਹਿਣਾ। ਤੇ ਪਠਾਨਕੋਟ
ਨਹੀਂ, ਪਠਾਨਕੋਟ ਤੇ ਵੇਖੋ ਜੀ ਵਿਧਾਨ ਸਭਾ ਹਲਕਾ ਦਾ, ਹਾਂ। ਮੈਂ ਲੋਕ ਸਭਾ ਹਲਕੇ ਨਾਲ ਅੱਛਾ, ਲੋਕ ਸਭਾ ਹਲਕੇ ਦੀ ਗੱਲ ਕਰਦੇ। ਗੁਰਦਾਸਪੁਰ ਆ ਗਿਆ ਤੁਹਾਡਾ, ਫਿਰ ਤੁਹਾਡਾ ਅੰਮ੍ਰਿਤਸਰ ਜਿਹੜਾ ਵਾ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਅੰਮ੍ਰਿਤਸਰ ਵੀ ਕੋਈ ਚੰਗਾ ਚਿਹਰਾ ਦਿੱਤਾ ਜਾਵੇ ਤੇ ਮੇਰੇ ਖਿਆਲ ਕਾਫੀ ਹੱਦ ਤੱਕ ਪਿੰਡਾਂ 'ਚ ਕਾਫੀ ਵਾਰ ਬਣਾ ਲਿਆ ਆਪਣੇ ਨੇ ਭਾਜਪਾ ਨੇ। ਮੈਨੂੰ ਯਾਦ ਆ ਜੀ, ਇਹਨਾਂ ਦੇ ਵਿਜੇ ਮਲਹੋਤਰਾ ਤੇ ਅੰਮ੍ਰਿਤਸਰ ਆਏ ਸੀ ਇੱਕ ਸੈਂਟਰਲ ਲੀਡਰ, ਉਹਨਾਂ ਨੂੰ ਮੈਂ 2-3 ਸਵਾਲ ਕੀਤੇ ਤੋਂ ਮੇਰੇ ਸਵਾਲਾਂ ਤੋਂ ਕਾਫੀ ਸਵਾਲ ਤੇ ਬਾਅਦ 'ਚ ਮੈਨੂੰ ਕਹਿੰਦੇ ਤੁਸੀਂ ਸਰਦਾਰ ਜੀ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ। ਮੈਂ ਕਿਹਾ ਅੱਜ ਦੀ ਤੁਹਾਡਾ ਪੰਜਾਬ ਦੇ ਵਿੱਚ ਸਿਰਫ 100 ਜਾਂ 150 ਸਰਪੰਚ ਦਾ ਸੀ ਭਾਜਪਾ, ਤੇ ਜਿਹੜੀ 2009 ਚ ਚੋਣ ਹੋਈ ਆ ਉਹ ਬਕਾਇਦਾ ਤੌਰ ਤੇ ਤੁਸੀਂ 8 ਤੋਂ ਲੈ ਕੇ 900 ਸਰਪੰਚ ਬਣਾ ਲਿਆ ਛੱਪੜ। ਜਿਹੜੀ ਮੁੜ ਕੇ 2013 ਚੋਣ ਹੋਈ ਉਹਦੇ ਵਿੱਚ ਤੁਹਾਡਾ 3500 ਸਰਪੰਚ ਸੀ ਪੰਜਾਬ ਦੇ ਵਿੱਚ। ਤੁਸੀਂ ਡਿਵੈਲਪ ਆਪਣੇ ਨੂੰ ਕਿਉਂ ਨਹੀਂ ਕਰ ਰਹੇ? ਤੁਸੀਂ ਡਿਵੈਲਪ ਕਰ ਸਕਦੇ ਆਪਣੇ ਨੂੰ। ਉਹ ਕਹਿੰਦੇ ਅੱਛਾ। ਫਿਰ ਇਹਨਾਂ ਦਾ ਇੱਕ ਗੁਪਤਾ ਹੁੰਦਾ ਸੀ, ਮੈਨੂੰ ਪਤਾ ਸੀ ਕਿ ਬੀਜੇਪੀ ਦਫ਼ਤਰ ਤੋਂ ਬੋਲ ਰਿਹਾ ਵਾ। ਉਹ ਆਂਦਾ ਸੀ ਮੈਂ ਟਾਈਮ ਲਾਉ ਦਾ ਪੱਤਰਕਾਰ, ਤੇ ਜਦੋਂ ਪਤਾ ਕੀਤਾ ਸੀ ਉਹ ਕਹਿੰਦੇ ਬੀਜੇਪੀ ਆਫਿਸ ਤੇ ਬੋਲਦਾ ਤੇ ਕੀ ਹੋਈ ਜੀ। ਇਹਨਾਂ ਨੇ ਫਿਰ ਉਹਨੇ ਕਿਹਾ ਸੀ ਅਸੀਂ ਜਾ ਕੇ ਜੀ ਗੱਲ ਕਰਾਂਗੇ ਦਿੱਲੀ, ਤੇ ਉਦੋਂ ਤੇ ਇਹਨਾਂ ਪੈਰ ਪਸਾਰੇ ਸ਼ੁਰੂ ਕੀਤੇ। ਅੱਜ ਤੁਸੀਂ ਵੇਖ ਲਓ ਹਰ ਪਿੰਡ ਦੇ ਵਿੱਚ 2-4 ਲੀਡਰ ਛੋਟੇ ਮੋਟੇ ਨਾਲ ਦੇ ਹੈਗੇ ਭਾਜਪਾ ਦੇ ਲੀਡਰ। ਚਲੋ ਕਾਲਰ ਨੇ ਪੱਟੀ ਸਾਹਿਬ ਮੇਰੇ ਨਾਲ। ਹੈਲੋ ਜੀ ਜੀ ਜੀ। ਹਾਂਜੀ, ਪੱਟੀ ਸਾਹਿਬ ਤੇ ਚਾਵਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਐਸੇ ਲੀਡਰ ਦਾ ਨਾਮ ਵੀ ਦੱਸੋ ਜਿਹੜਾ ਪੰਜਾਬ ਦਾ ਪਾਣੀ ਬਚਾਵੇ, ਪੰਜਾਬ ਦਾ ਫਸਲੀ ਚੱਕਰ ਸਹੀ ਕਰੇ, ਪੰਜਾਬ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਦੀ ਗੱਲ ਕਰੇ, ਪੰਜਾਬ ਇਹ ਕਹੇ ਵੀ ਮੈਂ 3 ਵਾਰੀ ਬਣੂਗਾ ਤਾਂ ਪੈਨਸ਼ਨ ਲਊਂਗਾ, ਨਹੀਂ ਲੈਣੀ ਨਹੀਂ। ਤੇ ਜਿਹੜੇ MLA ਬਣਦੇ ਆ ਉਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਤੈਅ ਹੋਣੀ ਚਾਹੀਦੀ ਹੈ। ਅਸਲ 'ਚ ਜੇ ਕੋਈ ਗਵਰਨਮੈਂਟ ਜੌਬ ਲੈਣਾ ਚਾਹੁੰਦਾ, ਇੱਥੇ ਤੱਕ ਕਿ PN ਲੈਣਾ ਚਾਹੁੰਦਾ ਹੈ, ਤਾਂ PN ਦੀ ਵੀ ਉਹ ਘੱਟੋ ਘੱਟ ਮੈਟ੍ਰਿਕ ਮੰਗਦੇ ਆ। ਤੇ ਇੱਥੇ ਗੂਠਾ ਛਾਪ ਜਿਹੜੇ ਆ ਜਾਂ ਕੱਖ ਨਹੀਂ ਜਾਣਦੇ, ਜਿਨ੍ਹਾਂ ਨੇ ਨਕਲੀ ਸ਼ਰਾਬ ਵੇਚੀ, ਜਿਨ੍ਹਾਂ ਨੇ ਆਪਦੀਆਂ ਫੈਕਟਰੀਆਂ ਲਾ ਲਈਆਂ, ਸਾਰੇ ਦਰਿਆ ਜਿਹੜੇ ਪੱਟ ਕੇ ਰੇਤਾ ਵਜੀ, ਉਹ ਤਾਂ ਸਾਰਾ ਕੁਝ ਪੱਟੀ ਸਾਹਿਬ ਨੂੰ ਜ਼ਿਆਦਾ ਪਤਾ। ਚਾਵਲਾ ਸਾਹਿਬ ਤੁਹਾਡੇ ਕੋਲ ਕੋਈ ਗੱਲ ਗੁੱਝੀ ਹੋਈ? ਵੈਸੇ ਤੁਸੀਂ ਖਾਲਸਾ ਜੀ ਬੜੇ ਲੰਮੇ ਸਮੇਂ ਬਾਅਦ ਫੋਨ ਕੀਤਾ, ਸਾਰੇ ਕੁਦਰਤੀ 15 ਮਿੰਟ ਹੋਰ ਹੈਗੇ ਨੇ। ਮੈਨੂੰ ਦੱਸੋ, ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਆ, ਪੁਰਾਣੇ ਟਕਸਾਲੇ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਕੋਲ ਕਿੰਨੀ ਕੁ ਐਜੂਕੇਸ਼ਨ ਸੀ? ਉਹ ਮਤਲਬ ਸੁਹਿਰਦ ਸਨ ਦੇਸ਼ ਪ੍ਰਤੀ, ਕੌਮ ਪ੍ਰਤੀ, ਜਾਂ ਆਪਣੇ ਸੂਬੇ ਪ੍ਰਤੀ, ਆਪਣੀਆਂ ਵਫਾਦਾਰੀਆਂ ਪ੍ਰਤੀ, ਜ਼ਬਾਨ ਦੇ ਪੱਕੇ ਸਨ। ਠੀਕ ਹੈ। ਦੂਜੀ ਐਜੂਕੇਸ਼ਨ ਦੀ ਗੱਲ ਕੀਤੀ ਹੈ। ਐਜੂਕੇਸ਼ਨ ਫੇਰ ਮੈਂ ਗੱਲ ਕਰਾਂ, ਜੈਕ ਕਲੇਟਨ ਦੇ ਵੇਲੇ ਇੱਥੇ ਮਤਲਬ ਤੁਸੀਂ ਇੱਕ ਲਹਿਰ ਚੱਲ ਪਈ ਸੀ, ਉਹ ਨੇਤਾ ਸੀ, ਉਹਨੇ ਨੇਰੀ ਲਿਆਤੀ। ਤੁਹਾਡੇ ਕਿਊਬਕ, ਤੁਸੀਂ BC ਤੋਂ ਫੋਨ ਕਰ ਰਹੇ ਹੋ, ਉੱਥੇ ਇੱਕ ਲੜਕੀ ਨੇ ਪੇਪਰ ਭਰਤੇ ਪੱਟੀ ਸਾਹਿਬ ਜੀ ਜੀ ਜੀ, ਪੇਪਰ ਭਰ ਕੇ ਤਾਂ ਪਤਾ ਨਹੀਂ ਆਪਣੀ ਵੈਕੇਸ਼ਨ ਕੱਟਣ ਚਲ ਗਈ। ਠੀਕ ਹੈ। ਜਦੋਂ ਵੈਕੇਸ਼ਨ ਕੱਟਣ ਗਈ ਉੱਥੇ ਪਤਾ ਲੱਗਾ ਕਿ ਮੈਂਬਰ ਪਾਰਲੀਮੈਂਟ ਬਣ ਗਈ, ਨੇਤਾ ਨੂੰ ਵੋਟ ਪੈ ਗਈ। ਇਹ ਵੀ ਹੈ, ਇਹੀ ਤੇ ਗੱਲ। ਐਜੂਕੇਸ਼ਨ ਉਸ ਲੜਕੀ ਨੇ ਕਿੰਨੀ, ਐਜੂਕੇਸ਼ਨ ਦੀ ਨਹੀਂ ਗੱਲ ਲੀਡਰਸ਼ਿਪ ਦੀ ਆ। ਜਦੋਂ ਤੁਹਾਡੀ ਚੰਗੀ ਲੀਡਰਸ਼ਿਪ ਤੁਹਾਨੂੰ ਮਿਲ ਗਈ, ਆ ਕੇਜਰੀਵਾਲ ਨੂੰ ਦੇਸ਼ਾਂ ਵਿਦੇਸ਼ਾਂ 'ਚ ਢੋਲਕੀਆਂ ਛੈਣੇ ਵਜਾਉਂਦੇ ਹੋਏ ਤੇ ਕਰੋੜਾਂ ਅਰਬਾਂ ਦਾ ਫੰਡ ਪੰਜਾਬੀਆਂ ਨੇ ਦਿੱਤਾ, ਖਾਸ ਤੌਰ ਤੇ ਸਿੱਖਾਂ ਨੇ ਦਿੱਤਾ। ਇਮਾਨਦਾਰੀ ਵੀ ਬੜੀ ਜ਼ਰੂਰੀ ਤੇ ਹੈ। ਉਹਦੇ ਵਿੱਚ ਉਹਨਾਂ ਨੂੰ ਕੋਈ ਦਿਖਿਆ ਉਹਦੇ ਵਿੱਚ ਆਪ ਵੀ ਇਹ ਆਪਣਾਪਣ ਜਿਹਾ ਵਾ, ਢੋਲਕੀਆਂ ਛੈਣੇ ਵਜਾਉਂਦਾ, ਇਹ ਕਹਿੰਦਾ ਸਟਿੰਗ ਆਪਰੇਸ਼ਨ ਕਰ ਲਓ। ਉਹ ਪਿੱਛੇ ਕੌਣ ਸੀ ਸਮਝ ਨਹੀਂ ਸਕੇ, ਹੁਣ ਸਮਝਦੇ ਪਏ। ਹੁਣ ਨਹੀਂ ਢੋਲਕੇ ਛੈਣੇ ਵੱਜਦੇ ਜਾਂਦੇ ਏਅਰਪੋਰਟ ਤੇ, ਹੁਣ ਨਹੀਂ ਢੋਲ ਵੱਜਦਾ, ਹੁਣ ਨਹੀਂ ਦਸਤਾਰਾਂ ਸਜਾ ਕੇ ਜਾ ਰਹੇ, ਹੁਣ ਨਹੀਂ ਫੰਡ ਇਕੱਠੇ ਹੋ ਰਹੇ। ਹੁਣ ਇਹਨਾਂ ਦੀ ਕਾਨਫਰੰਸ ਆਈ ਇੱਥੇ 30 ਤਰੀਕ ਨੂੰ, ਮੈਨੂੰ ਪਤਾ ਲੱਗਾ ਆਮ ਆਦਮੀ ਪਾਰਟੀ ਵਾਲਿਆਂ ਨੇ ਰੱਖੀ ਹੈ। ਦੇਖਦੇ ਆ ਕਿ ਕਿੰਨੇ ਕੁ ਸੁਹਿਰਦ ਮੀਡੀਆ ਨੂੰ ਇਹ ਇਨਵੀਟੇਸ਼ਨ ਦਿੰਦੇ ਨੇ, ਮੇਰੇ ਵਰਗੇ ਪੱਤਰਕਾਰ ਨੂੰ ਸੱਦਦੇ ਨੇ ਉੱਥੇ ਜਾਂ ਨਹੀਂ ਮੌਕਾ ਦਿੰਦੇ ਨੇ ਸਵਾਲ ਪੁੱਛਣ ਦਾ ਜਾਂ ਨਹੀਂ ਦਿੰਦੇ। ਇੱਕ ਤੋਂ ਵੱਧ ਸਵਾਲ ਪੁੱਛਣ ਵਾਲੇ ਭਗਵੰਤ ਮਾਨ ਵਰਗਾ ਜਿਹੜਾ ਕਹਿੰਦਾ ਮੈਂ ਸੁਹਿਰਦ ਹਾਂ, ਕੁਲਫੀ LMA ਨੂੰ MLA ਨੂੰ LMA ਕਹਿੰਦਾ ਸੀ, ਤੇ ਆਪ ਬਣ ਕੇ MP ਤੇ ਗੱਲ ਪੈਂਦਾ ਪੱਤਰਕਾਰਾਂ ਦੇ। ਮਤਲਬ ਗੱਲ ਇਹ ਆ ਕਿ ਲੋਕ ਤਾਂ ਚਾਹੁੰਦੇ ਨੇ ਚੰਗਾ ਬੰਦਾ ਲੱਭੇ, ਪਰ ਚੰਗਾ ਬੰਦਾ ਉਹਦੇ ਪਿੱਛੇ ਕੀ ਆ, ਅੰਦਰ ਥਰਮਾਮੀਟਰ ਕੀ ਆ, ਇਹ ਨਹੀਂ ਕਿਸੇ ਕੋ ਹੈਗਾ ਪਤਾ ਲੱਗ ਜਾਏ ਵੀ ਇਹ ਚੰਗਾ ਬੰਦਾ ਜਾਂ ਮਾੜਾ ਬੰਦਾ। ਇਹ ਤਾਂ ਅਸੀਂ ਤੁਰੇ ਫਿਰਦੇ ਹਾਂ, ਲੱਭਦੇ ਫਿਰਦੇ ਹਾਂ, ਭਾਲਦੇ ਫਿਰਦੇ ਹਾਂ। ਰਹੀ ਗੱਲ ਪਾਣੀ ਦੀ, ਪਾਟੀ ਸਾਹਿਬ ਜਵਾਬ ਦੇਣ, ਜਿਹੜਾ ਕਿਸਾਨ ਆ ਉਹਨੇ ਜ਼ਰੂਰ ਠੇਕਾ ਹੀ ਲਿਆ ਕਿ ਮੈਂ ਝੋਨਾ ਹੀ ਬੀਜਣਾ ਹਰ ਸਾਲ, ਸਕਿਪ ਕਰ ਦੋ।
ਸਕਿਪ ਕਰ ਦੋ। ਮਾਂ ਦੇ ਥਣਾ ਦੇ ਵਿੱਚ ਵੀ ਦੁੱਧ ਵਾ ਨਾ, ਮਾਂ ਇੱਕ ਥਣ ਇੱਕ ਵਾਰੀ ਭਿਉਂਦੀ, ਦੂਜੀ ਵਾਰੀ ਦੂਜੀ ਭਿਉਂਦੀ, ਇਹਨੂੰ ਰੈਸਟ ਕਰਦੇ, ਉਸ ਧਰਤੀ ਨੂੰ ਵੀ ਰੈਸਟ ਕਰ ਦੇਣ ਜੱਟ ਕਿਸਾਨ ਜ਼ਿਮੀਂਦਾਰ ਜਿਹੜੇ ਪਿਆਰ ਕੀ ਸਕਿਪ ਕਰ ਦੇਣੇ, ਝੋਨਾ ਨਹੀਂ ਬੀਜਣਾ। ਗੱਲਾਂ ਤੇ ਖਰੀਆਂ ਨੇ, ਸਪਸ਼ਟ ਤੇ ਕਲੀਅਰ ਨੇ, ਕਿਉਂ ਪੱਟੀ ਸਾਹਿਬ? ਬਿਲਕੁਲ ਜੀ, ਬਿਲਕੁਲ। ਉਹ ਵੀ ਤੇ ਪਾਣੀ ਬਚਾਇਆ ਜਾ ਸਕਦਾ ਨਾ। ਇੱਕ ਸਾਲ ਛੱਡ ਦਿਓ, ਝੋਨਾ ਨਾ ਬੀਜੋ, ਨਾਲੇ ਪਤਾ ਲੱਗ ਜੂਗਾ, ਹੋਰ ਫਸਲਾਂ ਬੀਜ ਲਓ, ਰਹਿਣ ਦਿਓ ਬੰਜਰ ਇੱਕ ਸਾਲ ਧਰਤੀ ਨੂੰ। ਜਦੋਂ ਅਸੀਂ ਉਹਨੂੰ ਚੂਸਣਾ ਸ਼ੁਰੂ ਕੀਤਾ ਹੋਇਆ ਤੇ ਚਲੋ ਪਾਣੀ ਵਾਲੇ ਮਸਲੇ ਦੀ ਤਾਂ ਗੱਲ, ਉਹ ਤਾਂ ਮਤਲਬ ਇੱਕ ਗੁੰਝਲਦਾਰ ਕਹਾਣੀ ਆ, ਉਹ ਸਾਡੇ ਨੇਤਾਵਾਂ ਨੇ ਹੱਥ ਵੱਢ ਕੇ ਦਿੱਤੇ ਹੋਏ ਨੇ। ਬਾਕੀ ਤੁਸੀਂ ਸਿਆਣੇ ਜ਼ਿਆਦਾ, ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਤੁਸੀਂ ਝੋਨੇ ਦੀ ਗੱਲ ਕੀਤੀ ਆ ਜੀ, ਝੋਨਾ ਸਾਡੀ ਫਸਲ ਨਹੀਂ। ਸਾਨੂੰ ਹਰੀ ਕ੍ਰਾਂਤੀ ਦੇ ਵਿੱਚ ਲਿਆ ਕੇ ਇੱਥੇ ਪਸਾਇਆ ਗਿਆ ਵੀ ਇੱਥੇ ਝੋਨਾ ਬੜਾ ਵਧੀਆ ਹੋ ਸਕਦਾ ਤੇ ਧਰਤੀ ਚੋਂ ਪਾਣੀ ਕੱਢਿਆ ਜਾ ਸਕਦਾ। ਬੇਸਿਕਲੀ ਝੋਨਾ ਬ੍ਰਹਮਪੁੱਤਰ ਦਰਿਆ ਦੇ ਨਾਲ ਨਾਲ ਜਿਹੜਾ ਬੰਗਾਲ ਦੀ ਖਾੜੀ ਦੇ ਨਾਲ ਜਿਹੜੀ ਜ਼ਮੀਨ ਆਉਂਦੀ, ਉਹਦੇ ਵਿੱਚ ਝੋਨਾ ਬੜਾ ਸੋਹਣਾ ਹੁੰਦਾ ਕਿ ਉਹ ਸੇਮ ਦੀ ਜ਼ਮੀਨ ਚਾਹੀਦਾ। ਅਸੀਂ ਝੋਨਾ ਉੱਥੇ ਹੁੰਦਾ, ਪੰਜਾਬ ਸੁਣਾ ਕਰਦੇ। ਪੰਜਾਬ ਜਿਹੜੀ ਇੱਕ ਪ੍ਰਯੋਗਸ਼ਾਲਾ ਵਾ, ਕੋਈ ਵੀ ਚੀਜ਼ ਹੀ ਸਭ ਤੋਂ ਪਹਿਲਾਂ ਪੰਜਾਬ 'ਚ ਪ੍ਰਯੋਗ ਕੀਤੀ ਜਾਂਦੀ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਕਿਸਾਨ ਜਿਹੜੇ ਆ ਉਹ ਬਕਾਇਦਾ ਤੌਰ ਤੇ ਝੋਨਾ ਨਾ ਲਾਉਣ, ਹੋਰ ਫਸਲਾਂ ਉਗਾਉਣ, ਕਿਸਾਨ ਤਿਆਰ ਆ। ਉਹਨਾਂ ਫਸਲਾਂ ਦੀ ਮਾਰਕੀਟਿੰਗ ਨਹੀਂ ਸਰਕਾਰ ਕਰ ਰਹੀ, ਜਾਂ ਉਹਨਾਂ ਫਸਲਾਂ ਦੀ ਮਾਰਕੀਟਿੰਗ ਨੂੰ ਯਕੀਨੀ ਬਣਾਵੇ ਕਿ ਅਸੀਂ ਮਾਰਕੀਟ ਕਰਨੀ ਆ। ਜੇ ਕੋਈ ਪ੍ਰਾਈਵੇਟ ਨਹੀਂ ਖਰੀਦਦਾ ਤੇ ਸਰਕਾਰ ਖਰੀਦੇ, ਉਹਨੂੰ ਸਰਕਾਰ ਖਰੀਦ ਕੇ ਆਪਣੇ ਸਟੋਰ 'ਚ ਰੱਖੇ, ਸਟੋਰ 'ਚ ਰੱਖ ਕੇ ਸਰਕਾਰ ਨੇ ਮਹਿੰਗੇ ਪਾਤੇ ਵੇਚਣੀ ਉਹ ਕੋਲ ਨਹੀਂ ਰੱਖਣੀ ਉਹਨਾਂ ਨੇ। 1900 ਮੇਰੇ ਖਿਆਲ 75-76 ਦੀ ਗੱਲ ਆ, ਇੱਕ ਵਾਰੀ ਇੰਦਰਾ ਗਾਂਧੀ ਨੇ ਕਹਿਤਾ ਸੀ ਵੀ ਜਿਹੜੀ ਓਪਨ ਵਪਾਰ ਕਰਤਾ ਸੀ, ਫਰੀ ਵਪਾਰ, ਤੇ ਪੰਜਾਬ ਦੇ ਕਿਸਾਨਾਂ ਦੇ ਬਕਾਇਦਾ ਤੌਰ ਤੇ ਆਲੂ ਉਗਾਏ ਸੀ ਤੇ ਬੜੇ ਮੋਟੇ ਪੈਸੇ ਕਮਾਏ ਸੀ। ਇਰਾਕ ਨੂੰ ਆਲੂ ਬੜਾ ਭੇਜਿਆ ਸੀਗਾ ਜੀ। ਮੁੜ ਕੇ ਬੰਦ ਕਿਉਂ ਕੀਤਾ? ਵਪਾਰੀਆਂ ਨੇ ਰੌਲਾ ਪਾਇਆ ਵੀ ਜੇ ਕਿਸਾਨ ਇੱਦਾਂ ਭੇਜਣ ਲੱਗ ਪਏ ਤੇ ਅਸੀਂ ਮਰਦੇ ਭੁੱਖੇ, ਤੁਹਾਨੂੰ ਇਲੈਕਸ਼ਨ ਫੰਡ ਕਿੱਥੋਂ ਦੇਣਾ ਸੀ? ਪਾਰਟੀ ਫੰਡ ਕਿੱਥੋਂ ਆਊਗਾ? ਸਹੀ ਗੱਲ। ਇਸ ਕਰਕੇ ਬੰਦ ਕਰਤਾ ਸੀ। ਅੱਜ ਵੀ ਤੁਸੀਂ ਓਪਨ ਕਰਦੇ ਹੋ ਕਿ ਵੇਖੋ ਓਪਨ ਮਾਰਕੀਟ ਆ, ਜਿੱਥੇ ਮਰਜ਼ੀ ਆਪਣਾ ਤੁਸੀਂ ਮਾਲ ਭੇਜ ਸਕਦੇ ਹੋ। ਕਿਸਾਨ ਆਪਣੀ ਕਣਕ ਦਿੱਲੀ ਬਾਹਰ ਵਿਦੇਸ਼ਾਂ ਭੇਜਣਗੇ, ਲੈਣ ਵਾਲੇ ਬੜੇ ਹੈਗੇ ਆ। ਜਿਹੜੀ ਝੋਨੇ ਦੀ ਤੁਸੀਂ ਗੱਲ ਕਰਦੇ ਹੋ, ਅੱਜ ਦੀ ਡੇਟ ਦੇ ਵਿੱਚ ਵੀ ਝੋਨਾ ਬਕਾਇਦਾ ਤੌਰ ਤੇ ਛੱਡ ਕੇ 1 ਕੁਇੰਟਲ ਦੇ ਮਗਰ 67 ਕਿਲੋ ਚੌਲ ਲੈਂਦੀ ਆ ਸੈਲਰ ਵਾਲਿਆਂ ਕੋਲ, ਜਿਹੜੀ ਸਰਕਾਰ ਆ ਉਹ ਲੈ ਕੇ ਮਾਰਕੀਟ 'ਚ ਵੇਚਦੀ ਆ। ਜੀਓਗ੍ਰਾਫੀ ਇੰਡੀਕੇਟਰ ਟੈਗ, ਜੀਓਗ੍ਰਾਫੀ ਇੰਡੀਕੇਟਰ ਟੈਗ ਕੀ ਹੁੰਦਾ? ਜੀਓਗ੍ਰਾਫੀ ਇੰਡੀਕੇਟਰ ਟੈਗ ਇਹ ਆ ਵੀ ਜਿਹੜੀਆਂ ਦਰਿਆਵਾਂ ਦੇ ਕੰਢੇ ਤੇ ਜ਼ਮੀਨਾਂ, ਉਹਨਾਂ ਦੀ ਝੋਨੇ ਦੀ ਫਸਲ ਬਹੁਤ ਵਧੀਆ ਹੁੰਦੀ ਹੈ, ਉਹਨੂੰ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਮਿਲੀ ਆ। ਤੁਹਾਨੂੰ ਪਤਾ ਹੋਏਗਾ ਪਿੱਛੇ ਦੇ ਮੱਧ ਪ੍ਰਦੇਸ਼ ਤੇ ਗਿਆ ਸੀ ਜੀਓਗ੍ਰਾਫੀ ਇੰਡੀਕੇਟਰ ਜਿਹੜਾ ਸਟੇਟਸ ਸਾਨੂੰ ਦਿੱਤਾ ਜਾਵੇ, ਕੈਪਟਨ ਮੁੱਖ ਮੰਤਰੀ ਜੀ ਉੱਥੋਂ ਰੌਲਾ ਪਾਤਾ ਸੀ। ਕਿਵੇਂ ਦੇਖੋ ਤੁਸੀਂ ਜੀ, ਸਾਡੇ ਕੋਲ ਦਰਿਆ ਨੇ, ਦਰਿਆ ਦੇ ਘੇਰੇ ਘੇਰੇ ਜ਼ਮੀਨ ਜਿਹੜੀ ਆ, ਉੱਥੇ ਜਿਹੜਾ ਝੋਨਾ ਬੜਾ ਚੰਗਾ ਵਧੀਆ ਹੁੰਦਾ ਵਾ ਤੇ ਉਹਦੀ ਵਿਦੇਸ਼ਾਂ ਤੇ ਬਹੁਤ ਮਾਰਕੀਟ ਹੈ, ਖਾਸ ਕਰ ਸਾਡੀ ਬਾਸਮਤੀ ਦੀ। ਅਸੀਂ ਇਹ ਕਹਿੰਦੇ ਆ ਵੀ ਸਾਨੂੰ ਤੁਸੀਂ ਦੂਜੀਆਂ ਫਸਲਾਂ ਬੀਜਣ ਲਈ ਤਿਆਰ, ਕਿਸਾਨ ਕਹਿੰਦਾ ਚੰਗਾ ਜੀ ਮੈਂ ਦੂਜੀ ਫਸਲ ਬੀਜਾਂ, ਮੈਂ ਝੋਨਾ ਕਿਉਂ ਬੀਜਾਂ? ਕਣਕ ਨੂੰ ਤੁਸੀਂ ਵੇਖੋ, ਜੇ ਕਣਕ ਬੀਜੀ ਆ ਉੱਤੇ 2 ਮੀਂਹ ਪੈ ਗਏ ਤੁਹਾਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ। 2 ਪਾਣੀ ਨਾ ਤੇ ਫਿਰ ਕਿੰਨੀ ਕੋਈ ਗੱਲ, ਕੋਈ ਗੱਲ ਨਹੀਂ ਹੈਗੀ। ਧਰਤੀ ਸਾਨੂੰ ਅੱਜ ਵੀ ਪਾਣੀ ਦੇ ਰਹੀ ਹੈ, ਵੱਡੀ ਮਾਤਰਾ 'ਚ ਦੇ ਰਹੀ ਹੈ। ਜਦੋਂ ਕਿਤੇ ਬਰਸਾਤਾਂ ਹੁੰਦੀਆਂ ਪਾਣੀ ਥੋੜਾ ਜਿਹਾ ਤਾਂ ਵੀ ਆ ਜਾਂਦਾ, ਇਹਦੀ ਗੱਲ ਨਹੀਂ ਹੁੰਦਾ। ਲੇਕਿਨ ਸਿਰਫ ਇਹ ਆ ਕਿ ਕੱਚੀਆਂ ਥਾਵਾਂ ਬਹੁਤ ਘੱਟ ਰਹਿ ਗਈਆਂ। ਧਰਤੀ ਜਿਹੜੀ ਸਾਡੀ ਆਮ ਬੰਜਰ ਧਰਤੀ ਹੋਈ ਪਈ ਹੈ ਨਾ, ਬੰਜਰ ਧਰਤੀ ਖਾਦਾ ਪਾ ਕੇ ਤੇ ਉਹ ਆ ਕੇ ਪਾਣੀ ਥੱਲੇ ਜਾਂਦਾ ਹੀ ਨਹੀਂ। ਬਿਲਕੁਲ। ਹੁਣ ਕੀ ਕੀਤਾ ਇਹਨਾਂ ਨੇ? ਜਿਹੜੇ ਨਵੇਂ ਕਟਰ ਲਿਆਂਦੇ ਬਕਾਇਦਾ ਤੌਰ ਤੇ, ਨਾ ਭੁੱਲ ਗਿਆ ਮੈਨੂੰ, ਬਕਾਇਦਾ ਤੌਰ ਤੇ ਪਰਾਲੀ ਦਾ ਚੂਰਾ ਕਰ ਦਿੰਦੇ। ਚੂਰਾ ਕਰਨ ਤੋਂ ਬਾਅਦ ਤੁਸੀਂ ਵੱਡਾ ਟਰੈਕਟਰ ਲੈ ਲਓ 75 ਹਾਰਸ ਤੇ ਉਲਟਾਵੀਂ ਹੱਲ ਲੈ ਲਓ, ਉਹ 2-2, 2.5 ਫੁੱਟ ਜਿਹੜੀ ਪਲਟ ਜਾਂਦੀ, ਉਹ ਜਿਹੜੀ ਉਹ ਸੱਤਾ ਬਣੀ ਹੈ ਨਾ ਬਕਾਇਦਾ ਤੌਰ ਤੇ, ਸੱਤਾ ਜਿਹੜੀ ਬਣੀ ਹੈ ਵੀ ਥੱਲੇ ਪਾਣੀ ਨਹੀਂ ਜਾਣ ਦਿੰਦੇ, ਉਹ ਟੁੱਟ ਰਹੀ ਹੈ। ਜਿੱਥੋਂ ਟੁੱਟ ਗਈ, ਮੀਂਹ ਪਿਆ, ਪਾਣੀ ਧਰਤੀ ਜਾਂਦਾ, ਉਹਦਾ ਸਮੂਹ ਬੰਨੇ ਫੱਟ ਹੁੰਦਾ ਵਾ। ਇਸ ਕਰਕੇ ਜੇ ਕਿਤੇ ਅੱਜ ਮਾਰਕੀਟ ਸ਼ੁਰੂ ਕਰ ਦਿਓ, ਆਪਾਂ ਪਿੱਛੇ ਦੀ ਗੱਲ ਕੀਤੀ ਸੀ ਮਿਰਚਾਂ ਦੀ ਜੀ, ਅਬੋਹਰ ਦੇ ਇਲਾਕੇ ਦੇ ਵਿੱਚ ਜਿਹੜੀ ਇੱਕ ਨਵੀਂ ਫੈਕਟਰੀ ਲੱਗੀ ਜੂਸ ਫੈਕਟਰੀ ਸੀ, ਮੇਰੇ ਖਿਆਲ 2004 ਦੇ ਲੱਗੀ, 2-3 ਲੱਗੀ ਜੀ। ਹੁਣ ਆ ਕੇ ਕੋਈ ਨਵਾਂ ਐਮਡੀ ਉਹਦਾ ਆ ਗਿਆ, ਗੁਰਦਾਸ ਨੇ ਚੰਗੀ ਤਰ੍ਹਾਂ ਕੰਮ ਕੀਤਾ, ਉਹਨੇ ਉਹ ਫੈਕਟਰੀ ਚਲਾਇਆ ਤੇ ਉੱਥੇ ਮਿਰਚਾਂ ਦੀ ਪੇਸਟ ਬਣਾਈ ਜਾਂਦੀ ਹੈ।
24 ਕੰਟੇਨਰ ਪਹਿਲਾ ਵਿਦੇਸ਼ ਤੋਂ ਆਰਡਰ ਮਿਲਿਆ ਉਹਨਾਂ ਨੂੰ, ਦੂਜਾ 60 ਕੰਟੇਨਰ ਮਿਲਿਆ, ਤੀਜਾ ਮੈਂ ਕਿਹਾ 100 ਕਿੰਨਾ ਮਿਲਿਆ ਸੀ ਵੀ ਤੁਸੀਂ ਮਿਰਚਾਂ ਦੀ ਪੇਸਟ ਤੁਹਾਨੂੰ ਬੁਲਾ ਕੇ ਭੇਜੋ, ਤੁਹਾਡੀ ਮਿਰਚ ਦੀ ਪੇਸਟ ਬਹੁਤ ਵਧੀਆ ਵਾ। ਕਿਸਾਨ ਕੰਮ ਕਰਨ ਲਈ ਤਿਆਰ ਆ, ਲੇਕਿਨ ਉਹਨੂੰ ਮਾਰਕੀਟਿੰਗ ਚਾਹੀਦੀ ਹੈ। ਮਾਰਕੀਟ ਦੇ ਦਿਓ, ਸਭ ਕੁ ਪਾਣੀ ਵੀ ਬਚ ਜੂਗਾ, ਕਿਸਾਨ ਵੀ ਬਚ ਜੂਗਾ, ਕਰਜ਼ਾ ਵੀ ਨਹੀਂ ਚੜੂਗਾ ਤੇ ਲੋੜ ਤੁਹਾਨੂੰ ਬਹੁਤੀ ਖਾਦ ਦੀ ਵੀ ਨਹੀਂ ਪਊਗੀ ਉਹਦੇ ਚ ਜੀ। ਵਾਈਸ ਆਫ ਸਿਟੀ 1320M 2 ਸਵਾਲ ਨੇ, ਮਿੰਟ ਆਪਣੇ ਕੋਲ 6 ਨੇ ਪੱਟੀ ਸਾਹਿਬ, ਤੇ 6 ਮਿੰਟਾਂ 'ਚ ਆਪਾਂ ਕਵਰ ਕਰਨਾ ਕਿਉਂਕਿ ਟੈਕਨੀਸ਼ੀਅਨ ਨੇ ਜਾਣਾ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਘਮਸਾਨ ਹੋਵੇਗਾ। ਵੱਖ-ਵੱਖ ਧੜਿਆਂ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਅੱਜ ਤੱਕ ਛੁਪਾਏ ਹੋਏ ਨੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਬਾਲਾਸਰ ਸੀ। ਹਾਂਜੀ ਹਾਂਜੀ ਹਾਂ, ਗਏ ਤੇ ਜਹਾਜ਼ ਤੇ ਸੀ, ਮੁੜ ਕੇ ਸਾਈਕਲ ਵੀ ਨਸੀਬ ਨਹੀਂ ਹੋਏ ਵਿਚਾਰਿਆਂ ਨੂੰ, ਤੁਰ ਕੇ ਕਈਆਂ ਨੂੰ ਜਾਣਾ ਪਿਆ, ਪਰ ਨਾ ਮੋਢੇ ਤੇ ਰੱਖ ਕੇ ਉੱਥੇ ਚੰਗੀਆਂ ਚੌਕੀਆਂ ਖਾ ਕੇ ਆਏ। ਅਗਲੇ ਕਹਿੰਦੇ ਪਸੀਨਾ ਵਹਾ ਕੇ ਜਾਓ ਘਰ ਨੂੰ, ਫਿੱਟ ਰਹੋ। ਬਕਾਇਦਾ ਤੌਰ ਤੇ ਉਸ ਟਾਈਮ ਤੇ 103 ਦੇ ਕਰੀਬ 100 ਦੇ ਕਰੀਬ ਸੀ ਕਿ ਬਾਕੀ ਤੇ ਮੈਂ ਕਿਤੇ ਰਹਿ ਜੀ 100 ਦੇ ਕਰੀਬ ਮੈਂਬਰ ਬਾਲਾਸਰ ਫਾਰਮ ਜਿਹੜਾ ਹਰਿਆਣੇ ਦੇ ਵਿੱਚ ਸੀ ਉੱਥੇ ਰੱਖਿਆ ਗਿਆ ਸੀ, ਕਿਉਂਕਿ ਉੱਥੇ ਚੁਟਾਲਿਆਂ ਦੀ ਸਰਕਾਰ ਸੀ। ਹਾਂਜੀ ਚਿੜੀ ਚੂ ਨਹੀਂ ਕਰ ਉੱਥੋਂ ਤੱਕ ਕਾਂਗਰਸ ਦੀ ਪਹੁੰਚ ਨਹੀਂ ਸੀਗੀ। ਰਵੀ ਇੰਦਰ ਹੋ ਰਿਹਾ ਤੇ ਪ੍ਰਪੰਚ ਰਸ਼ੀ ਟੋੜੇ ਨਾਲ ਰਲ ਕੇ ਵੀ ਇਹ ਬੰਦੇ 103 ਜਿਹੜੇ 100 ਬੰਦੇ ਇਹ ਹਾਊਸ ਦੇ ਵਿੱਚ ਨਹੀਂ ਹੋਣੇ ਚਾਹੀਦੇ। 1 ਵਜੇ ਅਸੀਂ ਹਾਊਸ ਸ਼ੁਰੂ ਕਰਾਂਗੇ, 1:30 ਵਜੇ ਭੋਗ ਪਾ ਜਾਵਾਂਗੇ। ਥੋੜਾ ਸਾਹਿਬ ਨਾਲ ਜਿਹੜੇ 55-60 ਬੰਦੇ ਹੋਣਗੇ ਉਹ ਆਪਣਾ ਪ੍ਰਧਾਨ ਚੁਣ ਲੈਣਗੇ, ਐਗਜ਼ੈਕਟਿਵ ਚੁਣ ਲੈਣਗੇ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਕੋਰਮ ਆ ਨਾ ਜੀ, ਉਹ ਸਿਰਫ ਹਾਊਸ ਬਣਾਉਣਾ ਹੋਵੇ ਤੇ 31 ਮੈਂਬਰਾਂ ਦਾ ਵਾ। ਜੇ ਐਗਜ਼ੈਕਟਿਵ ਦੀ ਮੀਟਿੰਗ ਬਣਾਉਣੀ ਹੋਵੇ ਤੇ ਉਹ 5 ਮੈਂਬਰਾਂ ਦੀ ਹੈ 15 ਦੇ ਵਿੱਚੋਂ। ਇਸ ਕਰਕੇ 31 ਮੈਂਬਰ ਦੀ ਬਜਾਏ ਕਿਉਂਕਿ 50-60 ਮੈਂਬਰ ਹੈਗੇ ਸੀਗੇ, ਲੇਕਿਨ ਇਹਨਾਂ ਨੇ ਉਦੋਂ ਇੰਦਰ ਕਰਵਾਲ ਗੁਜਰਾਲ ਦੇ ਨਾਲ ਗੱਲ ਕੀਤੀ, ਉਹਨੇ ਸੋਨੀਆ ਨਾਲ ਗੱਲ ਕੀਤੀ ਤੇ ਅਸੀਂ ਤੁਹਾਡੇ ਨਾਲ ਆ, ਅਸੀਂ ਉਦਾਰਵਾਦੀ ਆ, ਇਹ ਅੱਤਵਾਦੀ ਰੱਖੋ ਜੀ, ਤੁਸੀਂ ਕਿਉਂ ਕੈਪਟਨ ਨੂੰ ਸਾਫ਼ ਕਰ ਰਿਹਾ। ਫਿਰ ਉਹ ਬਕਾਇਦਾ ਬੰਦੇ ਬਾਲਾ ਸਾਰਨ ਤੋਂ ਜਿਹੜੀਆਂ ਸੀ ਬੋਲੋ ਵਸੰਤ ਬਿਠਾ ਕੇ ਦਿੱਲੀ ਖੜੇ ਗਏ ਤੇ ਦਿੱਲੀ ਤੋਂ ਜਿਹੜੇ ਸੀ ਸਪੈਸ਼ਲ ਚਾਰਟਰਡ ਹਵਲਦਾਰ ਦਿੰਦਾ ਸੀ ਕਰਕੇ ਇਹਨਾਂ ਨੂੰ। ਬਿਲਕੁਲ ਯਾਦ ਆ। ਏਅਰਪੋਰਟ ਤੇ ਉਤਰੇ ਜੀ ਰਾਜਾ ਖਾਨ ਸੀ ਤੇ ਇੰਜ ਸੀ ਵੀ ਇਹਨਾਂ ਨੂੰ ਰੋਕੀਏ, ਜਦੋਂ ਉੱਪਰ ਹੁਕਮ ਰੋਕਣਾ ਨਹੀਂ ਜਾਣਦੇ ਇਹਨਾਂ ਨੂੰ, ਤੇ ਉਦੋਂ ਫਿਰ 103 ਦੇ 3 ਵੋਟਾਂ ਜਿਹੜੀਆਂ ਸੀ ਬਾਦਲ ਸਰਕਾਰ ਦੀਆਂ ਨਿਕਲੀਆਂ ਸੀ। ਹੁਣ ਪੰਜਾਬ ਦੀ ਗੱਲ ਕਰਦੇ ਆ, ਆਪਾਂ ਦਿੱਲੀ ਦੀ ਗੱਲ ਕਰਦੇ ਆ। ਨਹੀਂ ਤੇ ਜਿਹੜੇ ਹੁਣ ਆਪਾਂ ਗੱਲਾਂ ਤੇ ਕਰਦੇ ਆ ਬੜੀਆਂ ਆਪਾਂ ਦੂਜਿਆਂ ਨੂੰ, ਤੇ ਜਿਹੜੇ 103 ਸੀ ਇਹ ਅਕਿਰਤ ਕਹਾਣੀ ਸੀ, ਇਹਨਾਂ ਦੀ ਮੱਤਮਰੀ ਸੀ ਵੀ ਉੱਥੇ ਸਾਨੂੰ ਜ਼ਬਰਦਸਤੀ ਰੱਖ ਛੱਡਿਆ, ਤੇ ਇਹਦਾ ਮਤਲਬ ਕੌਮ ਦੀਆਂ ਜੜ੍ਹਾਂ ਦੇ ਵਿੱਚ ਇਹ 103 ਜਿਹੜੇ ਉੱਥੇ ਬੈਠ ਕੇ ਛਕ ਛਕਾ ਕੇ ਆਏ ਸੀ ਉਹਨਾਂ ਦਾ ਵੀ ਜੜ੍ਹਾਂ 'ਚ ਤੇਲ ਦਿੱਤਾ ਹੋਇਆ ਨਾ। ਬਿਲਕੁਲ ਬਿਲਕੁਲ ਵਫਾਦਾਰ ਤਾਂ ਨਾ ਹੋਏ ਉਹ 103, ਜਵਾਬ ਦੇ ਤਾਂ ਹੈਗੇ ਨਾ, ਚਾਹੇ ਇੱਥੇ ਵੀ ਬੈਠੇ ਹੋਣਗੇ ਧੀਆਂ ਪੁੱਤ ਜਾਂ ਆਪ ਵੀ ਬੈਠੇ ਹੋਣਗੇ, ਆਪ ਵੀ ਤਾਂ ਤੁਸੀਂ ਗਦਾਰਾਂ ਦੀ ਕਟਹਿਰੀ 'ਚ ਹੀ ਆ ਗਏ ਨਾ। ਦੇਖ ਲਓ ਤੁਹਾਡਾ ਵੀ ਕਿਤੇ ਨਾ ਕਿਤੇ ਯੋਗਦਾਨ ਆ ਜੀ, ਅੱਜ ਕੌਮ ਦੇ ਵਿੱਚ ਕੋਈ ਇੰਨੀ ਕੁ ਨਿਘਾਰ ਵਾਲੀ ਗੱਲ ਕਰਦਾ। ਵੈਸੇ ਮੇਰੀ ਜਾਚ ਕੌਮ ਚੜ੍ਹਦੀ ਕਲਾ 'ਚ। ਹਾਂਜੀ, ਹੁਣ ਇਹਦੇ ਵਿੱਚ ਕੀ ਆ ਕਿ 51 ਮੈਂਬਰੀ ਜਿਹੜੀ ਦਿੱਲੀ ਕਮੇਟੀ ਦਾ ਹਾਊਸ ਆ, ਉਹਦੇ ਵਿੱਚ 25 ਮੈਂਬਰ ਜਿਹੜੇ ਉਹ ਬਾਦਲਾਂ ਕੋਲੇ ਨੇ, 4 ਮੈਂਬਰ ਜਿਹੜੇ ਆ ਉਹ ਮਨਜਿੰਦਰ ਸਿੰਘ ਸਿਰਸੇ ਦੇ ਕੋਲੇ ਨੇ, ਤੇ 22 ਮੈਂਬਰ ਬਕਾਇਦਾ ਤੌਰ ਤੇ ਪਰਮਜੀਤ ਸਿੰਘ ਸਰਨੇ ਤੇ ਮਨਜੀਤ ਸਿੰਘ ਜੀਕੇ ਦੇ ਕੋਲ ਜੀ। ਇਹਨਾਂ ਨੇ ਕੀ ਕੀਤਾ ਜੀ, ਸਿਰਸੇ ਨੇ ਕਈ ਦਿਨਾਂ ਤੋਂ ਆਪਣੇ ਮੈਂਬਰ ਚੁੱਕੇ ਤੇ ਚੰਡੀਗੜ੍ਹ ਇੱਕ ਹੋਟਲ 'ਚ ਰੱਖੇ ਨੇ, ਬਾਦਲਾਂ ਨੇ ਵੀ ਇੱਕ ਹੋਟਲ 'ਚ ਰੱਖੇ ਤੇ ਸਰਨਿਆਂ ਵੀ ਇੱਕ ਹੋਟਲ 'ਚ ਰੱਖੇ ਹੈ। ਸਾਰੇ ਹੋਟਲ ਦੇ ਮੈਂਬਰ ਬੈਠੇ ਆ। ਅੱਛਾ ਕਰੋ, ਖਾਓ ਪੀਓ, ਐਸ਼ ਕਰੋ ਮਿੱਤਰੋ, ਫਿਰ ਦਿਲ ਸਾਡਾ ਦਿਖਾਇਓ ਨਾ। ਰਾਤ ਇਹ ਨਹੀਂ ਪਤਾ ਮੈਨੂੰ, ਪੂਰੀ ਰਾਤ ਜੋੜ ਤੋੜ ਚੱਲਦੀ ਰਹੀ ਜਿਹੜੀ ਯਾਤਰਾ ਰਾਤ ਵਿੱਚ ਸਾਡੇ ਇੱਥੇ ਤੁਹਾਡੀ ਤਾਂ ਰਾਤ ਹੈਗੀ ਨਾ, ਉਹ ਪੂਰੀ ਜੋੜ ਤੋੜ ਚੱਲਦੀ ਰਹੀ। ਤੁਸੀਂ ਸੁੱਤੇ ਹੋਗੇ, ਅਸੀਂ ਜਾਗਦੇ ਹੋਵਾਂਗੇ। ਬਕਾਇਦਾ ਤੌਰ ਤੇ ਦਿੱਲੀ ਕਮੇਟੀ ਦਾ ਜਿਹੜਾ ਵਾ ਚੋਣ ਡਾਇਰੈਕਟਰ ਨਰਿੰਦਰ ਸਿੰਘ, ਉਹ 1 ਵਜੇ ਆਏਗਾ, 1 ਵਜੇ ਹਾਊਸ ਹੋਏਗਾ, ਜਿਹੜੇ ਮੈਂਬਰ ਨਵੇਂ ਆਏਗੇ ਉਹਨਾਂ ਦੀ ਵਿੱਚ ਸਹੁੰ ਚੁੱਕ ਸਮਾਗਮ ਹੋਏਗਾ, ਉਹ ਪਹਿਲਾਂ ਸਹੁੰ ਚੁੱਕਣਗੇ ਤੇ ਫਿਰ ਚੋਣ ਹੋਵੇਗੀ ਬਕਾਇਦਾ। ਸਹੁੰ ਚੁੱਕਣਗੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਅਸੀਂ ਜੋ ਕਰਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੱਦੇ ਨਜ਼ਰ ਰੱਖ ਕੇ ਕਰਾਂਗੇ। ਚਲੋ ਜੀ ਜੀ ਜੀ, ਅੱਛਾ ਚਲੋ ਵਾਈਂਡ ਅਪ ਕਰਦੇ ਹਾਂ। ਚੋਣ ਹੋਏਗੀ ਤੇ ਇਹਦੇ ਵਿੱਚ ਲੱਗਦਾ ਵੀ ਕੋਈ ਕ੍ਰਾਸ ਵੋਟਿੰਗ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਨੇ। ਚਲੋ ਇਹ ਤਾਂ ਹੋ ਗਿਆ ਦਿੱਲੀ ਕਮੇਟੀ ਦਾ ਘਮਸਾਨ। ਵੇਖਦੇ ਆ ਵੀ ਕਿਹੜਾ ਗੁਰੂ ਨੂੰ ਪਰਨਾਇਆ ਹੋਇਆ ਆਪਣਾ ਮਨ ਪਾਉਂਦਾ ਨੇਤਾ ਚੁਣ ਲਵੇਗਾ। ਚਲੋ ਸਾਰੇ ਇੱਕੋ ਜਿਹੇ ਨੇ। ਉੱਤਰ ਪ੍ਰਦੇਸ਼ ਵਿੱਚ ਪ੍ਰਿਯੰਕਾ ਗਾਂਧੀ ਹੋ ਸਕਦੀ ਹੈ ਮੁੱਖ ਮੰਤਰੀ ਦਾ ਚਿਹਰਾ। ਇੱਕ ਨਵੇਕਲੀ ਖਬਰ 2.5 ਮਿੰਟ ਨੇ ਤੁਹਾਡੇ ਕੋਲ। ਵੇਖੋ
ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਆਪਣਾ ਯੂਥ ਦੇ ਪ੍ਰਤੀ ਇੱਕ ਚੋਣ ਮੈਨੀਫੈਸਟੋ ਰਿਲੀਜ਼ ਕੀਤਾ। ਜੀ, ਪਹਿਲੀ ਗੱਲ ਤੇ 125 ਸੀਟਾਂ ਜਿਹੜੀਆਂ ਪਹਿਲੀਆਂ ਉਹਨਾਂ ਨੇ ਕੀਤੀਆਂ ਸੀ, ਰਿਲੀਜ਼ ਕੀਤੀਆਂ ਸੀ, ਉਹਨਾਂ ਦੇ ਵਿੱਚੋਂ ਬਕਾਇਦਾ ਤੌਰ ਤੇ ਉਹਨਾਂ ਨੇ 40 ਜਾਂ 40% ਮਤਲਬ 50 ਦੇ ਕਰੀਬ ਉਮੀਦਵਾਰ ਔਰਤਾਂ ਦਿੱਤੀਆਂ ਸੀ, ਜਿਹੜਾ ਉਹਨੇ ਕਮਿਟਮੈਂਟ ਕੀਤੀ ਵੀ 40% ਤੁਸੀਂ ਦੇਵਾਂਗੇ। ਜਿਹੜੀਆਂ ਹੁਣ ਕੀਤੀਆਂ ਉਹਦੇ ਵਿੱਚ ਮੇਰੇ ਕੋਲ 16 ਕਿ 17 ਜਿਹੜੀਆਂ ਬੀਬੀਆਂ ਦਿੱਤੀਆਂ ਨੇ 40% ਦੇ ਹਿਸਾਬ ਨਾਲ। ਤੇ ਉਹ ਜਦੋਂ ਚੋਣ ਮੈਨੀਫੈਸਟੋ ਦਿੱਤਾ ਵੀ ਅਸੀਂ ਨੌਜਵਾਨ ਨੂੰ ਰੁਜ਼ਗਾਰ ਦਿਆਂਗੇ, ਉਹਨੂੰ ਪੜ੍ਹਾਈ ਦਿਆਂਗੇ, ਫਲਾਣ ਨੂੰ ਸਭ ਕੁਝ ਦਿੱਤਾ ਜੀ। ਉਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਵੇਖੋ ਜੀ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਯੂਪੀ 'ਚ ਕਿਹੜਾ ਹੋਊਗਾ? ਅੱਗੋਂ ਉਹ ਬੀਬੀ ਕਹਿੰਦੀ ਅਜੇ ਕੋਈ ਸ਼ੱਕ ਆ? ਕੋਈ ਸ਼ੱਕ ਆ? ਇੱਥੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਜਿਹੜਾ ਤਾਂ ਤੁਹਾਨੂੰ ਪਤਾ ਕੌਣ ਨਹੀਂ ਹੈਗਾ। ਮਤਲਬ ਉਹਨੇ ਆਪਣੇ ਆਪ ਨੂੰ ਪ੍ਰੋਡਿਊਸ ਕੀਤਾ ਵੀ ਮੈਂ ਇੱਥੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੀ ਹੈ। ਚੰਗੀ ਗੱਲ ਆ। ਦਿੱਲੀ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਕਿਤੇ ਕਾਂਗਰਸ ਮਾੜਾ ਮੋਟਾ ਸਾਹ ਲੈਣ ਲੱਗ ਪਈ ਹੈ ਤੇ ਸਿਰਫ ਪ੍ਰਿੰਕਾ ਗਾਂਧੀ ਕਰਕੇ ਲੈਣ ਲੱਗ ਪਈ ਹੈ। ਪ੍ਰਿੰਕਾ ਗਾਂਧੀ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਲੇਕਿਨ ਉੱਥੇ ਰਹੀ ਨਹੀਂ ਸੀਗੀ। ਹੁਣ ਬਕਾਇਦਾ ਤੌਰ ਤੇ ਲਖਨਊ ਦੇ ਵਿੱਚ ਫਲੈਟ ਲੈ ਕੇ ਉੱਥੇ ਲਗਾਤਾਰ ਰਹਿ ਰਹੀ ਹੈ, ਲੋਕਾਂ ਨੂੰ ਮਿਲ ਰਹੀ ਆ, ਥਾਂ ਥਾਂ ਤੇ ਜਾ ਕੇ ਮੀਟਿੰਗਾਂ ਕਰ ਰਹੀ ਹੈ। ਜੇ ਕਿਤੇ ਵੱਡੀਆਂ ਰੈਲੀਆਂ ਤੇ ਰੋਕ ਨਾ ਲੱਗਦੀ ਤੇ ਅੱਜ ਉਹਦੀਆਂ ਰੈਲੀਆਂ ਵੱਡੀਆਂ ਹੁੰਦੀਆਂ। ਇਸ ਕਰਕੇ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਵੀ ਭਾਈ ਮੈਂ ਹੀ ਮੁੱਖ ਮੰਤਰੀ ਦਾ ਚਿਹਰਾ, ਤੁਸੀਂ ਮੈਨੂੰ ਸਮਝੋ, ਬਾਕੀ ਬਸ ਇੱਥੇ ਕੀ ਕਰਨਾ ਪਹਿਲਾਂ ਅਸੀਂ ਚੋਣ ਲੜ ਲੈਂਦੇ। ਜੀ ਪਾਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਫਿਰ ਮਿਲਦੇ ਹਾਂ ਸੋਮਵਾਰ ਨੂੰ, ਮੁਲਾਕਾਤਾਂ ਹੁੰਦੀਆਂ ਨੇ ਰਾਤ ਦੇ ਪ੍ਰੋਗਰਾਮ ਦੇ ਸੇਮ ਟਾਈਮ ਤੇ। ਥੈਂਕ ਯੂ, ਸ਼ੁਕਰੀਆ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।